ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੰਨਣ ਰੁਖ ਉਪਾਏ, ਵਣ ਖੰਡ ਰਖਿਆ। ਪਵਨ ਗਵਨ ਕਰ ਜਾਏ, ਅਲਖ ਨਾ ਲਖਿਆ। ਵਾਸੂ ਬਿਰਖ ਬੁਹਾਏ, ਸੱਚ ਪਰਖਿਆ। ਸਭੇ ਵਰਨ ਗਵਾਏ, ਪਖ ਅਪਖਿਆ। ਸਾਧ ਸੰਗਤ ਭੈ ਭਾਏ, ਅਪਿਓ ਪੀ ਚਖਿਆ। ਗੁਰਮੁਖ ਸਹਿਜ ਸੁਭਾਏ, ਪ੍ਰੇਮ ਪ੍ਰਤਖਿਆ। ਗੁਰਮੁਖ ਸਹਿਜ ਸੁਭਾਏ, ਪ੍ਰੇਮ ਪ੍ਰਤਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ, ਕਰੁਣਾ ਨਿਧਾਨ ਜੋਤੀ ਸਵੈਰੂਪ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ ਸ਼ਬਦ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਸਰਵਣ ਕਰੀਏ। ਭਾਈ ਗੁਰਦਾਸ ਜੀ ਦੀ 14ਵੀਂ ਵਾਰ ਦੇ ਵਿੱਚੋਂ ਆਪ ਜੀ ਨੇ 16ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ ਪੌੜੀ ਦੇ ਅੰਦਰ ਭਾਈ ਗੁਰਦਾਸ ਸਾਹਿਬ ਜੀ ਚੰਦਨ ਦਾ ਦ੍ਰਿਸ਼ਟਾਂਤ ਦੇ ਕੇ ਗੁਰਮੁਖ ਪਿਆਰਿਆਂ ਦੀ ਉਸਤਤ ਕਰਦੇ ਹੈ। ਜਿਵੇਂ ਚੰਦਨ ਦੀ ਸੰਗਤ ਕਰਨ ਵਾਲੇ ਚੰਦਨ ਵਰਗੇ ਹੋ ਜਾਂਦੇ ਹੈ, ਉਹਨਾਂ ਵਿੱਚੋਂ ਸੁਗੰਧੀ ਆਉਣ ਲੱਗ ਪੈਂਦੀ ਹੈ। ਇਸੇ ਤਰ੍ਹਾਂ ਗੁਰਮੁਖਾਂ ਦੀ ਸੰਗਤ ਕਰਨ ਵਾਲੇ ਵੀ ਗੁਰਮੁਖਾਂ ਵਰਗੇ ਬਣ ਜਾਂਦੇ ਹੈ। ਉਹ ਵੀ ਨਾਮ ਜਪਦੇ, ਪ੍ਰੇਮਾ ਭਗਤੀ ਕਰਦੇ ਹੈ, ਸੇਵਾ ਕਮਾਉਂਦੇ ਹੈ, ਗੁਰੂ ਦੀ ਆਗਿਆ ਦੇ ਵਿੱਚ ਰਹਿ ਕੇ ਚੱਲਦੇ ਹਨ। ਜਿੱਥੇ ਚੰਦਨ ਦੇ ਵਿੱਚ ਗੁਣ ਹੈ, ਉੱਥੇ ਗੁਰਮੁਖਾਂ ਦੇ ਵਿੱਚ ਵੱਡਾ ਗੁਣ ਹੈ। ਉਹ ਅਨੇਕਾਂ ਜਗਿਆਸੂਆਂ ਨੂੰ ਗੁਰੂ ਦੇ ਸ਼ਬਦ ਰਾਹੀਂ ਸਿੱਖਿਆ ਦੇ ਕੇ ਨਿਹਾਲ ਕਰਦੇ ਹੈ। ਸੋ ਆਓ ਭਾਈ ਗੁਰਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ। ਚੰਨਣ ਰੁਖ ਉਪਾਏ, ਵਣ ਖੰਡ ਰਖਿਆ। ਭਾਈ ਗੁਰਦਾਸ ਜੀ ਕਹਿੰਦੇ ਹੈ, ਪਰਮਾਤਮਾ ਨੇ ਚੰਦਨ ਦਾ ਰੁੱਖ ਪੈਦਾ ਕਰਕੇ ਵਣ ਖੰਡ ਰੱਖਿਆ। ਵਣ ਖੰਡ ਕਹਿੰਦੇ ਹੈ ਸੰਘਣਾ ਜੰਗਲ, ਉਹਨੂੰ ਸੰਘਣੇ ਜੰਗਲ ਦੇ ਵਿੱਚ ਰੱਖਿਆ ਹੈ।
ਪਰਮਾਤਮਾ ਨੇ ਜਿੱਥੇ ਜੰਗਲ ਵਿੱਚ ਹੋਰ ਤਰ੍ਹਾਂ ਤਰ੍ਹਾਂ ਦੀ ਬਨਸਪਤੀ ਹੈ, ਉੱਥੇ ਉਹਨੇ ਚੰਦਨ ਨੂੰ ਵੀ ਪੈਦਾ ਕੀਤਾ ਹੈ ਅਤੇ ਉਹਨੂੰ ਸੰਘਣੇ ਜੰਗਲ ਦੇ ਵਿੱਚ ਰੱਖਿਆ ਹੋਇਆ ਹੈ। ਪਵਨ ਗਵਨ ਕਰ ਜਾਏ ਅਲਖ ਨਾ ਲਖਿਆ। ਪਵਨ ਉਹਦੇ ਵਿੱਚ ਗਮਨ ਕਰ ਜਾਂਦੀ ਹੈ। ਭਾਵ ਇਹ ਹੈ ਵੀ ਜਿੱਥੇ ਸੰਘਣੇ ਜੰਗਲ ਦੇ ਵਿੱਚ ਚੰਦਨ ਦਾ ਬ੍ਰਿਛ ਹੁੰਦਾ ਹੈ, ਹਵਾ ਆਉਂਦੀ ਹੈ, ਹਵਾ ਦਾ ਝੋਕਾ ਆਉਂਦਾ ਹੈ, ਉਸ ਚੰਦਨ ਦੇ ਨਾਲ ਸਪਰਸ਼ ਹੋ ਕੇ ਹਵਾ ਅੱਗੇ ਲੰਘਦੀ ਹੈ। ਉਹ ਸੁਗੰਧੀ ਵਾਲੀ ਹਵਾ ਹੁੰਦੀ ਹੈ ਅਤੇ ਹੋਰ ਦਰੱਖਤਾਂ ਨੂੰ ਆਲੇ ਦੁਆਲੇ ਦੇ ਦਰੱਖਤ ਉਹਨਾਂ ਨੂੰ ਵੀ ਸੁਗੰਧੀ ਵਾਲੀ ਹੀ ਕਰ ਦਿੰਦੀ ਹੈ। ਪਵਨ ਗਵਨ ਕਰ ਜਾਏ ਅਲਖ ਨਾ ਲਖਿਆ। ਅਤੇ ਪੌਣ ਉਸ ਚੰਦਨ ਦੇ ਵਿੱਚੋਂ ਉਹਦੇ ਕੋਲੋਂ ਦੀ ਜਦੋਂ ਜਾਂਦੀ ਹੈ, ਗਵਨ ਕਰਕੇ ਜਾਂਦੀ ਹੈ, ਭਾਵ ਇਹ ਹੈ ਵੀ ਫਿਰ ਉਹ ਹਵਾ ਦੇ ਵਿੱਚ ਸੁਗੰਧੀ ਘੁਲ ਜਾਂਦੀ ਹੈ, ਚੰਦਨ ਦੀ ਖੁਸ਼ਬੂ ਦਿੰਦਾ ਹੈ ਚੰਦਨ। ਅਤੇ ਇਸ ਤਰ੍ਹਾਂ ਉਹ ਜਿਹੜਾ ਚੰਦਨ ਹੈ ਨਾ, ਉਹਦਾ ਪਤਾ ਲੱਗਦਾ ਹੈ। ਨਹੀਂ ਤਾਂ ਉਹ ਚੰਦਨ ਆਪ ਅਲਖ ਹੈ, ਉਹਨੂੰ ਕੋਈ ਵੀ ਜਾਣ ਨਹੀਂ ਸਕਦਾ, ਕਿਉਂਕਿ ਚੰਦਨ ਦੀ ਸੁਗੰਧੀ ਤੋਂ ਹੀ ਚੰਦਨ ਦੀ ਪਹਿਚਾਣ ਹੁੰਦੀ ਹੈ। ਅਤੇ ਜੇ ਹਵਾ ਸਪਰਸ਼ ਕਰਕੇ ਇੱਧਰੋਂ ਉੱਧਰੋਂ ਦੀ ਸੁਗੰਧੀ ਨੂੰ ਨਾ ਫੈਲਾਵੇ, ਹੋਰ ਰੁੱਖਾਂ ਨੂੰ ਸੁਗੰਧਿਤ ਨਾ ਕਰੇ, ਤਾਂ ਫਿਰ ਉਹ ਲੁਕਿਆ ਹੀ ਰਹਿੰਦਾ ਹੈ, ਉਹ ਅਲੱਖ ਹੀ ਰਹਿੰਦਾ ਹੈ, ਉਸ ਨੂੰ ਕੋਈ ਵੀ ਜਾਣ ਨਹੀਂ ਸਕਦਾ। ਵਾਸੂ ਬਿਰਖ ਬੁਹਾਏ ਸੱਚ ਪਰਖਿਆ। ਆਪਣੀ ਸੁਗੰਧੀ ਦੇ ਨਾਲ ਹੋਰ ਦਰੱਖਤਾਂ ਨੂੰ ਚੰਦਨ ਸੁਗੰਧਿਤ ਕਰ ਦਿੰਦਾ ਹੈ। ਇਸ ਤਰ੍ਹਾਂ ਉਹਦਾ ਇਹ ਜਿਹੜਾ ਸੱਚ ਹੈ ਪਰਖਿਆ ਜਾਂਦਾ ਹੈ। ਇਸ ਤਰ੍ਹਾਂ ਵੀ ਉਹਦੇ ਸੱਚੇ ਹੋਣ ਦੀ ਪਰਖ ਹੁੰਦੀ ਹੈ ਕਿ ਹੋਰ ਜਿਹੜੇ ਆਲੇ ਦੁਆਲੇ ਰੁੱਖ ਨੇ ਉਹਨਾਂ ਨੂੰ ਸੁਗੰਧਿਤ ਕਰ ਦਿੰਦਾ ਹੈ। ਦੂਜਾ ਜੋ ਪਹਿਲਾਂ ਭਾਈ ਸਾਹਿਬ ਨੇ ਕਿਹਾ ਵੀ ਹਵਾ ਉਹਨੂੰ ਸਪਰਸ਼ ਕਰਕੇ ਜਾਂਦੀ, ਉਹ ਸੁਗੰਧੀ ਵਾਲੀ ਹੁੰਦੀ ਹੈ, ਇਸ ਤਰ੍ਹਾਂ ਵੀ ਪਰਖਿਆ ਜਾਂਦਾ ਹੈ। ਸਭੇ ਵਰਨ ਗਵਾਏ ਭਖ ਅਪਖਿਆ। ਅਤੇ ਫਿਰ ਸਾਰੇ ਵਰਨ ਗਵਾ ਕਰਕੇ ਜਿਹੜਾ ਚੰਦਨ ਹੈ ਨਾ, ਹੋਰਾਂ ਨੂੰ ਵੀ ਆਪਣੇ ਵਰਗਾ ਚੰਦਨ ਕਰ ਦਿੰਦਾ, ਉਹਨਾਂ ਵਿੱਚੋਂ ਵੀ ਚੰਦਨ ਵਰਗੀ ਸੁਗੰਧੀ ਆ ਜਾਂਦੀ ਹੈ, ਸਾਰੇ ਵਰਨ ਗਵਾ ਦਿੰਦਾ ਹੈ। ਜਿਵੇਂ ਇੱਥੇ ਵਰਨ ਨੇ ਨਾ ਖੱਤਰੀ ਬ੍ਰਾਹਮਣ ਸ਼ੂਦ ਵੈਸ਼, ਇੱਥੇ ਭਾਈ ਗੁਰਦਾਸ ਜੀ ਦੇ ਕਹਿਣ ਦਾ ਭਾਵ ਇਹ ਹੈ ਵੀ ਸਾਰੇ ਵਰਨ, ਭਾਵੇਂ ਅੰਬ ਹੈ, ਨਿੰਮ ਹੈ, ਕਿੱਕਰ ਹੈ, ਟਾਹਲੀ ਹੈ, ਹੋਰ ਵੀ ਬਨਸਪਤੀ ਹੈ, ਕੋਈ ਵਰਨ ਉਹ ਭੇਦ ਕਰਦਾ ਹੀ ਨਹੀਂ। ਸਾਰੇ ਵਰਨ ਗਵਾ ਕੇ ਭਖ ਅਪਖਿਆ। ਭਖ ਦਾ ਆਖਰੀ ਅਰਥ ਹੁੰਦਾ ਖਾਣਾ, ਅਪਖਿਆ ਨਹੀਂ ਖਾਣ ਵਾਲਾ, ਭਾਵ ਜਿਹੜੇ ਫਲਦਾਰ ਰੁੱਖ ਨੇ ਉਹਨਾਂ ਨੂੰ ਵੀ, ਅਤੇ ਜਿਨ੍ਹਾਂ ਨੂੰ ਨਹੀਂ ਖਾਣ ਵਾਲੇ ਵੀ ਫਲ ਲੱਗਦੇ। ਨਿੰਮ ਦੇ ਫਲ ਕੌਣ ਖਾਂਦਾ ਹੈ? ਉਹਨਾਂ ਨੂੰ ਵੀ। ਸਾਰੇ ਵਰਨ ਗਵਾ ਕੇ ਅਤੇ ਚੰਦਨ ਉਹਨਾਂ ਨੂੰ ਆਪਣੇ ਵਰਗਾ ਚੰਦਨ ਕਰ ਦਿੰਦਾ ਹੈ। ਅਥਵਾ ਜਿਹੜੇ ਚੰਦਨ ਦੇ ਨੇੜੇ ਹੈ ਨਾ, ਉਹ ਵੀ ਆਪਣੇ ਅੰਦਰੋਂ ਇਹ ਵਰਨ ਢੱਕ, ਪੁਲਾ, ਕਿੱਕਰ, ਨਿੰਮ, ਇਹ ਰੂਪ ਸਾਰੇ ਗਵਾ ਕੇ ਦੂਰ ਕਰਕੇ ਅਤੇ ਉਹ ਚੰਦਨ ਦਾ ਹੀ ਰੂਪ ਹੋ ਜਾਂਦੇ ਆ ਸਾਰੇ ਦਰੱਖਤ ਜਿਹੜੇ ਹੈ। ਸੋ ਜਿਹੜੇ ਗੁਰਮੁਖ ਹੁੰਦੇ ਹੈ ਨਾ, ਉਹ ਵੀ ਚੰਦਨ ਵਰਗੇ ਹੁੰਦੇ ਹੈ। ਜਿਵੇਂ ਚੰਦਨ ਨੂੰ ਹਵਾ ਸਪਰਸ਼ ਹੋਈ ਸੁਗੰਧਿਤ ਹੁੰਦੀ ਹੈ, ਇਸੇ ਤਰ੍ਹਾਂ ਗੁਰਮੁਖ ਪਿਆਰੇ ਜਿਹੜੇ ਹੈ ਉਹ ਵੀ ਭਗਤੀ ਦੀ ਸੁਗੰਧੀ ਬਿਖੇਰਦੇ ਹੈ। ਔਰ ਚੰਦਨ ਦੇ ਨੇੜੇ ਜਿਹੜੇ ਰੁੱਖ ਨੇ
ਉਹ ਚੰਦਨ ਦੀ ਸੁਗੰਧੀ, ਜਿਵੇਂ ਚੰਦਨ ਸੁਗੰਧੀ ਦਿੰਦਾ ਉਵੇਂ ਸੁਗੰਧੀ ਦਿੰਦੇ ਆ। ਗੁਰਮੁਖਾਂ ਦੇ ਨੇੜੇ ਰਹਿਣ ਵਾਲੇ ਵੀ ਗੁਰਮੁਖਾਂ ਵਰਗੇ ਹੀ ਪ੍ਰੇਮਾ ਭਗਤੀ ਕਰਨ ਵਾਲੇ ਬਣ ਜਾਂਦੇ ਹੈ। ਔਰ ਜਿਵੇਂ ਗੁਰਮੁਖ ਕਿਸੇ ਵਰਨ ਵੰਡ ਵਿੱਚ ਨਹੀਂ ਪੈਂਦੇ, ਅਤੇ ਉਹ ਚੰਦਨ ਜਿਵੇਂ ਕਿਸੇ ਵਰਨ ਵੰਡ ਵਿੱਚ ਨਹੀਂ ਪੈਂਦਾ, ਗੁਰਮੁਖ ਵੀ ਕਿਸੇ ਵਰਨ ਵੰਡ ਵਿੱਚ ਨਹੀਂ ਪੈਂਦੇ। ਸੋ ਕੋਈ ਭੇਦ ਨਹੀਂ ਰੱਖਦੇ, ਸਾਰਿਆਂ ਦੇ ਨਾਲ ਇੱਕੋ ਜਿਹਾ ਵਿਹਾਰ ਕਰਦੇ ਹੈ। ਪਰ ਚੰਦਨ ਇੱਕੋ ਹੀ ਹੈ, ਜਿਹੜਾ ਵਾਂਸ ਹੁੰਦਾ ਨਾ ਉਹਨੂੰ ਸੁਗੰਧਿਤ ਨਹੀਂ ਕਰਦਾ, ਕਿਉਂਕਿ ਉਹਦੇ ਵਿੱਚ ਦੋਸ਼ ਬਹੁਤ ਹੁੰਦੇ ਹੈ। ਇੱਕ ਤਾਂ ਉਹ ਕੁਲ ਘਾਤੀ ਹੈ, ਆਪਣੀ ਕੁਲ ਦਾ ਘਾਤ ਕਰਨ ਵਾਲਾ ਹੈ। ਕਦੇ ਗਰਮੀਆਂ ਦੇ ਵਿੱਚ ਜਦੋਂ ਵਾਂਸ ਆਪੋ ਵਿੱਚ ਰਗੜਦੇ ਹੈ, ਅੱਗ ਦੀ ਚਿੰਗਾਰੀ ਨਿਕਲਦੀ ਹੈ, ਸਾਰਿਆਂ ਨੂੰ ਸਾੜ ਕੇ ਸੁਆਹ ਕਰ ਦਿੰਦਾ ਹੈ, ਕੁਲ ਘਾਤੀ ਹੈ। ਇਸੇ ਤਰ੍ਹਾਂ ਵਾਂਸ ਵਰਗੇ ਉਹ ਲੋਕ ਨੇ ਜਿਹੜੇ ਆਪਣੇ ਹੀ ਕੁਲ ਦਾ, ਆਪਣੀ ਕੌਮ ਦਾ ਘਾਤ ਕਰਦੇ ਹੈ, ਖਤਮ ਕਰ ਦਿੰਦੇ ਹੈ। ਵਾਂਸ ਜਿਹੜਾ ਨਾ ਉਹ ਅੰਦਰੋਂ ਪੋਲਾ ਹੁੰਦਾ ਹੈ, ਇੱਧਰੋਂ ਫੂਕ ਮਾਰੀਏ ਦੂਜੇ ਪਾਸੇ ਫੂਕ ਨਿਕਲ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਦੋਸ਼ਾਂ ਵਾਲੇ ਹੁੰਦੇ ਆ ਨਾ ਲੋਕ, ਉਹਨਾਂ ਦੇ ਅੰਦਰ ਵੀ ਪੋਲਾਪਨ ਹੁੰਦਾ ਹੈ, ਖਾਲੀ ਹੁੰਦੇ ਅੰਦਰੋਂ। ਉਹ ਇੱਕ ਕੰਨ ਤੋਂ ਗੁਰੂ ਦਾ ਉਪਦੇਸ਼ ਸੁਣਦੇ ਆ, ਦੂਜੇ ਕੰਨ ਤੋਂ ਕੱਢ ਦਿੰਦੇ ਹੈ, ਸਿੱਖਿਆ ਗੁਰੂ ਦੀ ਧਾਰਨ ਨਹੀਂ ਕਰਦੇ। ਉਹਨਾਂ ਵਿੱਚ ਵੀ ਵਾਂਸ ਵਰਗਾ ਦੋਸ਼ ਹੈ। ਫਿਰ ਜਿਵੇਂ ਵਾਂਸ ਦੇ ਵਿੱਚ ਦੋਸ਼ ਹੈ, ਵਾਂਸ ਦੇ ਵਿੱਚ ਗੰਢਾਂ ਹੁੰਦੀਆਂ ਹਨ, ਇਸੇ ਤਰ੍ਹਾਂ ਉਹ ਲੋਕ ਵੀ ਜਿਨ੍ਹਾਂ ਦੇ ਅੰਦਰ ਜਾਤ ਪਾਤ ਦੀਆਂ, ਵਰਨ ਵੰਡ ਦੀਆਂ ਗੰਢਾਂ ਹਨ, ਉਹ ਵਾਂਸ ਵਰਗੇ ਹੈ। ਸੋ ਜਿੱਥੇ ਵਾਂਸ ਦੇ ਵਿੱਚ ਦੋਸ਼ ਹਨ, ਉੱਥੇ ਉਹਨਾਂ ਲੋਕਾਂ ਦੇ ਵਿੱਚ ਵੀ ਦੋਸ਼ ਹਨ ਵਾਂਸ ਵਾਂਗ ਹੀ। ਤਾਂ ਹੀ ਉਹ ਗੁਰਮੁਖਾਂ ਦੀ ਸੰਗਤ ਕਰਦਿਆਂ ਲਾਭ ਨਹੀਂ ਪ੍ਰਾਪਤ ਕਰ ਸਕਦੇ। ਔਰ ਕਈ ਵਾਰ ਅਸੀਂ ਵੇਖਦੇ ਵੀ ਹਾਂ ਕਿ ਉਹ ਤਾਂ ਫਲਾਣੇ ਦੇ ਕੋਲ ਰਹਿੰਦਾ ਸੀ, ਉਹ ਤਾਂ ਮਹਾਰਾਜ ਦੇ ਕੋਲ ਰਹਿੰਦਾ ਸੀ, ਤਾਂ ਵੀ ਉਹ ਇਸ ਤਰ੍ਹਾਂ ਦਾ ਉਹਨੇ ਕਾਰਾ ਕੀਤਾ, ਇਸ ਤਰ੍ਹਾਂ ਦੀ ਬਿਰਤੀ ਦਾ ਬੰਦਾ ਨਿਕਲਿਆ। ਅਸਲ ਵਿੱਚ ਉਹ ਵਾਂਸ ਵਰਗੇ ਹੁੰਦੇ ਆ, ਦੋਸ਼ਾਂ ਦੇ ਸਹਿਤ ਹੁੰਦੇ ਆ। ਤਾਂ ਹੀ ਉਹ ਆਪਣੇ ਜੀਵਨ ਨੂੰ ਗੁਰਮੁਖਾਂ ਦੇ ਕੋਲ ਰਹਿੰਦਿਆਂ ਹੋਇਆਂ ਵੀ ਸਵਾਰ ਨਹੀਂ ਪਾਉਂਦੇ। ਅਤੇ ਬਾਬਾ ਕਬੀਰ ਸਾਹਿਬ ਨੇ ਵੀ ਆਪਣੇ ਸਲੋਕਾਂ ਵਿੱਚ ਦੱਸਿਆ ਹੈ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲਾਗਈ, ਜਿਉ ਬਾਂਸ ਬਜਾਈਐ ਫੂਕ। ਕਹਿੰਦੇ ਸੱਚਾ ਸਤਿਗੁਰੂ ਕੀ ਕਰੇ, ਤੂੰ ਤਾਂ ਹੈ ਹੀ ਵਾਂਸ ਵਰਗਾ, ਨਾਲੇ ਕੁਲ ਘਾਤੀ ਹੈ, ਨਾਲੇ ਅੰਦਰੋਂ ਖਾਲੀ ਹੈ, ਪੋਲਾ ਹੈ, ਤੇਰੇ ਵਿੱਚ ਗੰਢਾਂ ਨੇ, ਕੀ ਕਿੰਨਾ ਕੁਝ ਹੈ, ਅਤੇ ਗੁਰੂ ਕੀ ਕਰੇ ਉੱਥੇ। ਸੋ ਇਸ ਲਈ ਗੁਰੂ ਦਾ ਕੋਈ ਦੋਸ਼ ਨਹੀਂ ਹੈ। ਤੂੰ ਵਾਂਸ ਵਰਗੂ ਅਭਿਮਾਨ ਛੱਡ, ਜਿਵੇਂ ਵਾਂਸ ਉੱਚਾ ਹੁੰਦਾ ਨਾ, ਉਹਨੂੰ ਹੰਕਾਰ ਹੁੰਦਾ, ਤੈਨੂੰ ਹੰਕਾਰ ਹੈ। ਇਹ ਗੱਲਾਂ ਛੱਡ ਕੇ ਨਿਮਰਤਾ ਧਾਰ ਕੇ ਗੁਰੂ ਚਰਨਾਂ 'ਚ ਆ। ਜੋ ਉਪਦੇਸ਼ ਸੁਣਦਾ ਉਹਨੂੰ ਧਾਰਨ ਕਰ, ਉਹਦੇ 'ਤੇ ਅਮਲ ਕਰ, ਜੀਵਨ ਤੇਰਾ ਫਿਰ ਬਦਲੇਗਾ। ਸੋ ਇਸ ਤਰ੍ਹਾਂ ਕਬੀਰ ਬਾਂਸ ਵਡਾਈ ਬੂਢਿਆ, ਇਉਂ ਮਤ ਡੂਬਹੁ ਕੋਏ, ਚੰਦਨ ਕੈ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਭਾਈ ਗੁਰਦਾਸ ਜੀ ਕਹਿੰਦੇ ਗੁਰਮੁਖ ਜਿਹੜੇ ਹੈ ਨਾ, ਉਹ ਚੰਦਨ ਵਰਗੇ ਹੁੰਦੇ ਹੈ। ਸਾਧ ਸੰਗਤ ਭੈ ਭਾਏ, ਅਪਿਓ ਪੀ ਚਖਿਆ। ਸਾਧ ਸੰਗਤ ਦੇ ਵਿੱਚ ਜਿਨ੍ਹਾਂ ਨੇ ਭਾਏ ਪ੍ਰੇਮ ਕੀਤਾ, ਅਤੇ ਭੈ ਜਿਨ੍ਹਾਂ ਨੇ ਗੁਰੂ ਦਾ ਭੈ ਧਾਰਿਆ ਮਨ ਵਿੱਚ, ਅਪਿਓ ਪੀ ਚਖਿਆ, ਉਹਨਾਂ ਨੇ ਅੰਮ੍ਰਿਤ ਨੂੰ ਪੀ ਕੇ ਇਹਦਾ ਸਵਾਦ ਚਖਿਆ ਹੈ, ਇਹਦਾ ਸਵਾਦ ਮਾਣਿਆ ਨਾਮ ਅੰਮ੍ਰਿਤ ਦਾ। ਗੁਰਮੁਖ ਸਹਿਜ ਸੁਭਾਏ, ਪ੍ਰੇਮ ਪ੍ਰਤੱਖਿਆ। ਸੋ ਗੁਰਮੁਖਾਂ ਦਾ ਸਹਿਜ ਸੁਭਾਅ ਹੀ ਜਿਹੜਾ ਪ੍ਰੇਮ ਹੈ ਨਾ, ਉਹ ਪ੍ਰਤੱਖ ਹੋ ਜਾਂਦਾ ਹੈ।
ਜਿਵੇਂ ਚੰਦਨ ਪ੍ਰਤੱਖ ਹੋ ਜਾਂਦਾ ਨਾ, ਸੁਗੰਧੀ ਆਉਂਦੀ ਉਹਦੇ ਵਿੱਚੋਂ, ਨੇੜਲੇ ਦਰਖਤਾਂ ਵਿੱਚੋਂ ਵੀ ਹਵਾ ਸਪਰਸ਼ ਕਰਕੇ ਗਈ ਤਾਂ ਉਹ ਸੁਗੰਧਿਤ ਹੋ ਜਾਂਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹਨਾਂ ਦਾ ਪ੍ਰੇਮ ਜਿਹੜਾ ਨਾ ਉਹ ਪ੍ਰਤੱਖ ਹੋ ਜਾਂਦਾ ਹੈ, ਸਹਿਜ ਸੁਭਾਅ ਹੀ। ਸੋ ਗੁਰਮੁਖ ਮਹਾਨ ਹਨ, ਉਹਨਾਂ ਦੀ ਸੰਗਤ ਸਾਨੂੰ ਕਰਨੀ ਚਾਹੀਦੀ ਹੈ। ਸੋ ਇਸ ਤੋਂ ਅਗਲੀ 17ਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਜੀ ਹੁਣ ਸੇਵਾ ਦਾ ਜ਼ਿਕਰ ਕਰਦੇ ਹੈ। ਇਹਦੇ ਤੋਂ ਅੱਗੇ ਜਿੰਨੀਆਂ ਪੌੜੀਆਂ ਨੇ ਨਾ ਇਸ ਵਾਰ ਦੀਆਂ 17, 18, 19 ਅਤੇ 20ਵੀਂ ਪੌੜੀ, ਇਹਨਾਂ ਚੌਹਾਂ ਪੌੜੀਆਂ ਦੇ ਵਿੱਚ ਭਾਈ ਗੁਰਦਾਸ ਜੀ ਨੇ ਸੇਵਾ ਦਾ ਹੀ ਜ਼ਿਕਰ ਕੀਤਾ ਹੈ। ਗੁਰਸਿੱਖਾਂ ਦੀ ਸੇਵਾ ਬੜੀ ਮਹਾਨ ਹੈ। ਇਤਿਹਾਸ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ, ਸੁਨ ਸਿੱਖਾ ਗੁਰਮਤਿ ਇਹ ਸਾਰ, ਸਤ ਸੰਗਤ ਕੀ ਸੇਵ ਉਦਾਰ। ਇਹ ਗੁਰੂ ਕੇ ਸਿੱਖਾ, ਗੁਰਮਤਿ ਦਾ ਸਿਧਾਂਤ ਉਹ ਸੁਣਨਾ ਕਰ, ਸਤ ਸੰਗਤ ਦੀ ਸੇਵਾ ਬਹੁਤ ਮਹਾਨ ਹੈ, ਸ੍ਰੇਸ਼ਟ ਹੈ। ਹੁਣ ਸੇਵਾ ਦਾ ਵਰਣਨ ਕਰ ਰਹੇ ਹੈ। ਗੁਰਸਿੱਖਾਂ ਗੁਰਸਿੱਖ ਸੇਵ ਕਮਾਵਣੀ। ਭਾਈ ਗੁਰਦਾਸ ਜੀ ਕਹਿੰਦੇ ਗੁਰੂ ਦੇ ਸਿੱਖਾਂ ਦੀ ਸੇਵਾ ਗੁਰਸਿੱਖ ਕਮਾਉਂਦੇ ਹੈ। ਗੁਰਸਿੱਖਾਂ ਦੀ ਸੇਵਾ ਗੁਰਸਿੱਖ ਕਰਦੇ ਹੈ, ਬੜੇ ਪਿਆਰ ਨਾਲ ਕਰਦੇ ਹੈ। ਚਾਰ ਪਦਾਰਥ ਭਿਖ ਫਕੀਰਾਂ ਪਾਵਣੀ। ਚਾਰ ਪਦਾਰਥ ਜਿਹੜੇ ਨੇ ਧਰਮ, ਅਰਥ, ਕਾਮ, ਮੋਕਸ਼, ਇਹਨਾਂ ਚਾਰ ਪਦਾਰਥਾਂ ਦੀ ਭਿਖਿਆ ਜਗਿਆਸੂ ਜਿਹੜੇ ਹੈ ਉਹ ਫਕੀਰਾਂ ਦੇ ਪਾਸੋਂ ਪ੍ਰਾਪਤ ਕਰਦੇ ਹੈ। ਜਿਹੜੇ ਗੁਰਮੁਖ ਨੇ, ਪ੍ਰਭੂ ਦੇ ਨਾਲ ਜਿਹੜੇ ਅਭੇਦ ਹੋਏ ਹੈ, ਉਹਨਾਂ ਗੁਰਮੁਖਾਂ ਦੇ ਪਾਸੋਂ ਜਗਿਆਸੂ ਇਹ ਚਾਰੇ ਪਦਾਰਥਾਂ ਦੀ ਭਿਖਿਆ ਆਪਣੀ ਝੋਲੀ 'ਚ ਪਵਾ ਲੈਂਦੇ ਹੈ। ਲੇਖ ਅਲੇਖ ਅਲਖ ਬਾਣੀ ਗਾਵਣੀ। ਗੁਰਮੁਖ ਪਿਆਰੇ ਗੁਰਸਿੱਖ ਕੀ ਕਰਦੇ ਹੈ? ਗੁਰੂ ਕੀ ਬਾਣੀ ਨੂੰ ਗਾਉਂਦੇ ਹੈ। ਔਰ ਬਾਣੀ ਵਿੱਚ ਕਿਹਦੀਆਂ ਸਿਫਤਾਂ ਨੇ? ਅਲਖ, ਜੋ ਲਖਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ, ਵਾਹਿਗੁਰੂ। ਅਲਖ ਵਾਹਿਗੁਰੂ, ਲੇਖੇ ਤੋਂ ਜਿਹੜਾ ਅਲੇਖ ਹੈ ਉਹਦੀ ਬਾਣੀ ਨੂੰ ਗੁਰਮੁਖ ਸਦਾ ਹੀ ਗਾਉਂਦੇ ਹੈ। ਲੇਖ ਅਲੇਖ ਅਲਖ, ਅਲਖ ਦੀ ਥਾਂ 'ਤੇ ਅਲੇਖ ਪਾਠ ਵੀ ਹੁੰਦਾ ਹੈ। ਸੋ ਪਰਮਾਤਮਾ ਜਿਹਨੂੰ ਲਖਿਆ ਨਹੀਂ ਜਾ ਸਕਦਾ, ਜਿਹਦਾ ਲੇਖਾ ਨਹੀਂ ਹੋ ਸਕਦਾ, ਲਿਖਣ ਤੋਂ ਰਹਿਤ ਹੈ, ਉਹਦੀ ਬਾਣੀ ਨੂੰ ਗਾਉਂਦੇ ਹੈ। ਪਾਏ ਭਗਤ ਰਸ ਇਕ ਅਮਿਓ ਚੁਆਵਣੀ। ਗੁਰਸਿੱਖ ਪ੍ਰੇਮਾ ਭਗਤੀ ਕਰਦੇ ਹੈ। ਰਸ ਇਕ, ਗੰਨੇ ਦੇ ਰਸ ਵਾਂਗੂ, ਜਿਵੇਂ ਗੰਨੇ ਦਾ ਰਸ ਮਿੱਠਾ ਹੁੰਦਾ, ਮਿਠਾਸ ਹੈ ਉਹਦੇ ਵਿੱਚ, ਗੰਨੇ ਦੇ ਰਸ ਵਾਂਗੂ ਮਿੱਠਾ ਨਾਮ ਅੰਮ੍ਰਿਤ ਰਸ ਗੁਰਸਿੱਖਾਂ ਦੇ ਮੁਖ ਵਿੱਚ ਚੁਆਉਂਦੇ ਹੈ। ਅਮਿਓ ਚੁਆਵਣੀ, ਉਹ ਅੰਮ੍ਰਿਤ ਚੁਆਉਂਦੇ ਮੁਖ ਵਿੱਚ। ਭਾਵ ਇਹ ਹੈ ਵੀ ਆਪ ਜਪਦੇ ਹੈ ਅਤੇ ਹੋਰਾਂ ਨੂੰ ਜਪਾਉਂਦੇ ਹੈ। ਜਿੱਥੇ ਆਪ ਜਪਦੇ ਹੈ ਅਤੇ ਦੂਜਿਆਂ ਨੂੰ ਵੀ ਕਹਿੰਦੇ ਭਾਈ ਤੁਸੀਂ ਵੀ ਜਪੋ, ਨਾਮ ਜਪੋ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡਾ ਭਾਗ ਗੁਰਮੁਖ ਹਰ ਲੈਣਾ। ਤੋ ਉਹ ਅੰਮ੍ਰਿਤ ਚਵਾਉਂਦੇ ਹੈ ਮੁਖ ਵਿੱਚ। ਤੁਲ ਨਾ ਭੂਤ ਭਵਿੱਖ ਨਾ ਕੀਮਤ ਪਾਵਣੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਸੇਵਾ ਦੇ ਬਰਾਬਰ ਤਿੰਨਾਂ ਹੀ ਕਾਲਾਂ ਦੇ ਵਿੱਚ ਕੋਈ ਪਦਾਰਥ ਇਹਦੀ ਬਰਾਬਰੀ ਨਹੀਂ ਕਰ ਸਕਦਾ ਸੇਵਾ ਦੀ। ਗੁਰਸਿੱਖ ਗੁਰਸਿੱਖਾਂ ਦੀ ਸੇਵਾ ਕਰਦੇ ਹੈ, ਬਾਣੀ ਗਾ ਕੇ ਸੁਣਾਉਂਦੇ, ਇਹ ਵੀ ਮਹਾਨ ਸੇਵਾ ਹੈ। ਆਪ ਜਪਦੇ ਹੋਰਾਂ ਨੂੰ ਜਪਾਉਂਦੇ, ਇਹ ਵੀ ਵੱਡੀ ਸੇਵਾ ਹੈ। ਸੋ ਇਸ ਸੇਵਾ ਦੇ ਫਲ ਦੇ ਬਰਾਬਰ ਹੋਰ ਕੋਈ ਤਿੰਨਾਂ ਸਮਿਆਂ ਵਿੱਚ ਵੱਡਾ ਫਲ ਨਹੀਂ, ਕੋਈ ਪਦਾਰਥ ਨਹੀਂ ਇਹਦੇ ਬਰਾਬਰ। ਨਾ ਕੀਮਤ ਪਾਵਣੀ, ਅਤੇ ਨਾ ਹੀ ਇਸ ਸੇਵਾ ਦੀ ਕੀਮਤ, ਸੇਵਾ ਦਾ ਮੁੱਲ ਪਾਇਆ ਜਾ ਸਕਦਾ ਹੈ। ਗੁਰਮੁਖ ਮਾਰਗ ਵੇਖ ਲਵੈ ਨਾ ਲਾਵਣੀ।
ਜਿਹੜਾ ਗੁਰਮੁਖਾਂ ਦਾ ਮਾਰਗ ਹੈ, ਜਿਸ ਪ੍ਰੇਮਾ ਭਗਤੀ ਦੇ ਮਾਰਗ 'ਤੇ ਗੁਰਮੁਖ ਚੱਲਦੇ ਆ, ਭਾਈ ਗੁਰਦਾਸ ਜੀ ਕਹਿੰਦੇ ਉਹਦਾ ਇੱਕ ਕਦਮ ਵੀ ਦੁਨੀਆ ਦਾ ਹੋਰ ਕੋਈ ਸਾਧਨ, ਕੋਈ ਫਲ ਉਹਦੀ ਬਰਾਬਰਤਾ ਨਹੀਂ ਕਰ ਸਕਦਾ, ਉਹਦੇ ਸਦਰਸ਼ ਨਹੀਂ ਹੋ ਸਕਦਾ। ਐਸਾ ਗੁਰਮੁਖਾਂ ਦਾ ਪ੍ਰੇਮਾ ਭਗਤੀ ਦਾ ਮਾਰਗ ਹੈ, ਕੋਈ ਉਹਦੇ ਨੇੜੇ ਹੋਰ ਨਹੀਂ ਕਰਮ ਧਰਮ ਲੱਗ ਸਕਦਾ। ਸੋ ਇਹ ਗੁਰਮੁਖਾਂ ਦੀ ਵੱਡੀ ਮਹਾਨਤਾ ਹੈ। ਅਗਲੀ 18ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਸੇਵਾ ਦਾ ਬਹੁਤ ਵੱਡਾ ਮਹਾਨ ਫਲ ਹੁੰਦਾ ਹੈ, ਔਰ ਇੰਨਾ ਵੱਡਾ ਫਲ ਹੁੰਦਾ ਵੀ ਕੋਈ ਉਹਦੀ ਬਰਾਬਰੀ ਨਹੀਂ ਕਰ ਸਕਦਾ। ਇੰਦਰਪੁਰੀ ਲਖ ਰਾਜ ਨੀਰ ਭਰਾਵਣੀ। ਭਾਈ ਗੁਰਦਾਸ ਜੀ ਕਹਿੰਦੇ ਸਾਧ ਸੰਗਤ ਦੇ ਵਿੱਚ ਜਾ ਕੇ ਨੀਰ ਭਰਾਵਣੀ, ਜੋ ਪਾਣੀ ਭਰਨ ਦੀ ਸੇਵਾ ਕਰਨੀ ਹੈ। ਇੰਦਰਪੁਰੀ ਲਖ ਰਾਜ, ਉਹ ਇੰਦਰਪੁਰੀ ਦੇ ਲੱਖਾਂ ਹੀ ਰਾਜਾਂ ਤੋਂ ਸ਼੍ਰੇਸ਼ਟ ਹੈ, ਮਹਾਨ ਹੈ। ਸਾਧ ਸੰਗਤ ਦੇ ਵਿੱਚ ਪਾਣੀ ਭਰਨਾ, ਪਾਣੀ ਭਰਨ ਤੋਂ ਭਾਵ ਪਾਣੀ ਲਿਆਉਣਾ, ਜਲ ਛਕਾਉਣਾ। ਗੁਰਸਿੱਖ ਸੇਵਾ ਕਰਦੇ ਰਹੇ ਹੈ ਔਰ ਅੱਜ ਵੀ ਕਰਦੇ ਹੈ। ਤੋ ਸਾਧ ਸੰਗਤ ਦੇ ਵਿੱਚ ਜੋ ਪਾਣੀ ਭਰਨ ਦੀ ਟਹਿਲ ਸੇਵਾ ਕਰਨੀ ਹੈ, ਇੰਦਰਪੁਰੀ ਦੇ ਲੱਖਾਂ ਰਾਜ, ਉਹਨਾਂ ਤੋਂ ਇਹ ਸੇਵਾ ਸ੍ਰੇਸ਼ਟ ਹੈ। ਸਰਦਾਰ ਕਪੂਰ ਸਿੰਘ ਨੂੰ ਨਵਾਬੀ ਦਿੰਦੇ ਸੀ। ਖਾਲਸੇ ਨੇ ਕਿਹਾ ਨਵਾਬੀ ਸਰਦਾਰ ਕਪੂਰ ਸਿੰਘ ਨੂੰ ਦੇਣੀ ਹੈ, ਅਤੇ ਸਰਦਾਰ ਕਪੂਰ ਸਿੰਘ ਨੇ ਕਿਹਾ ਵੀ ਸੇਵਾ ਵੱਡੀ ਮਹਾਨ ਹੈ, ਇਹ ਸੇਵਾ ਨਾ ਮੈਥੋਂ ਖੋਇਓ, ਮੈਂ ਸੇਵਾ ਜ਼ਰੂਰ ਕਰਨੀ ਹੈ। ਔਰ ਖਾਲਸੇ ਨੇ ਮੰਨ ਲਿਆ। ਨਵਾਬ ਬਣ ਕੇ ਵੀ ਆਪ ਸੇਵਾ ਕਰਦੇ ਰਹੇ। ਨਵਾਬੀ ਨਾ ਮੰਗਣ ਗਏ, ਨਾ ਕਿਸੇ ਨੂੰ ਕਿਹਾ ਦਿਓ। ਗੁਣ ਸੀ ਤੇ ਖਾਲਸੇ ਨੇ ਲਾਹੌਰ ਤੋਂ ਆਈ ਨਵਾਬੀ ਪੰਜਾਂ ਪਿਆਰਿਆਂ ਦੇ ਚਰਨਾਂ ਨਾਲ ਸੁਹਾ ਕੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਕੇ ਸਰਦਾਰ ਕਪੂਰ ਸਿੰਘ ਦੀ ਝੋਲੀ ਵਿੱਚ ਨਵਾਬੀ ਪਾਈ। ਸੋ ਸੇਵਾ ਸਭ ਤੋਂ ਸ੍ਰੇਸ਼ਟ ਹੈ। ਸਿੱਖ ਨੂੰ ਇੱਕ ਪਾਸੇ ਕਿਹਾ ਜਾਏ, ਇੱਕ ਪਾਸੇ ਇੰਦਰ ਵਾਲਾ ਰਾਜ ਹੈ ਸੁਰਗਾਂ ਦਾ, ਉਹ ਲੈ ਲੈ, ਦੂਜੇ ਪਾਸੇ ਸੇਵਾ ਹੈ। ਕਿਹਨੂੰ ਚੁਣੇਗਾ? ਉਹ ਕਹੇਗਾ ਮੈਂ ਤਾਂ ਸੇਵਾ ਚੁਣਨੀ ਹੈ, ਮੈਂ ਰਾਜ ਨੂੰ ਕੀ ਕਰਨਾ ਉਹਦੇ ਨੂੰ। ਸੋ ਇੰਨੀ ਸ੍ਰੇਸ਼ਟ ਹੈ ਸੇਵਾ। ਲੱਖ ਸੁਰਗ ਸਿਰ ਤਾਜ ਗੱਲਾ ਪਿਹਾਵਣੀ। ਭਾਈ ਗੁਰਦਾਸ ਜੀ ਕਹਿੰਦੇ ਹੈ ਗੱਲਾ ਪਿਹਾਵਣੀ, ਗੱਲੇ ਤੋਂ ਭਾਵ ਉਹ ਪੀਣ, ਕਣਕ ਨੂੰ ਪੀਣਾ ਭਾਵ ਆਟਾ ਪੀਣਾ। ਕਣਕ ਪੀਣ ਦੀ ਜੋ ਸਾਧ ਸੰਗਤ ਵਾਸਤੇ ਸੇਵਾ ਕਰਨੀ ਹੈ ਨਾ, ਇਹ ਲੱਖਾਂ ਹੀ ਸੁਰਗਾਂ ਦੀ ਸਿਰਤਾਜ ਹੈ, ਮਹਾਨ ਹੈ। ਰਿੱਧ ਸਿੱਧ ਨਿੱਧ ਲੱਖ ਸਾਜ ਚੁੱਲ ਝੁਕਾਵਣੀ। ਲੱਖਾਂ ਰਿੱਧੀਆਂ, ਲੱਖਾਂ ਸਿੱਧੀਆਂ ਤੇ ਲੱਖਾਂ ਹੀ ਨਿੱਧੀਆਂ ਦਾ ਜਿਹੜਾ ਸਾਜ ਹੈ, ਉਹਦੇ ਤੋਂ ਵੀ ਸ੍ਰੇਸ਼ਟ ਹੈ ਜੋ ਚੁੱਲ ਝੁਕਾਵਣੀ ਹੈ। ਚੁੱਲ ਝੁਕਾਵਣੀ ਕਹਿੰਦੇ ਚੁੱਲ੍ਹਾ ਚੋਕਣਾ। ਲੋਹਾਂ ਤਪਦੀਆਂ ਨੇ ਨਾ, ਪ੍ਰਸ਼ਾਦੇ ਸਜਾਏ ਜਾਂਦੇ ਹੈ। ਮਾਲਵੇ ਵਿੱਚ ਚੁਰ ਕਹਿੰਦੇ ਆਪਾਂ। ਚੰਡੇ ਦੀ ਸੇਵਾ ਕਰਨੀ, ਤਵੀ ਦੇ ਹੇਠਾਂ ਅੱਗ ਬਾਲਣੀ, ਬਾਲਣ ਅੱਗੇ ਕਰਨਾ, ਉਹਨੂੰ ਤਪਦੀ ਰੱਖ ਕੇ ਪ੍ਰਸ਼ਾਦੇ ਤਿਆਰ ਕਰਕੇ ਤੇ ਸਾਧ ਸੰਗਤ ਦੀ, ਗੁਰਸਿੱਖਾਂ ਦੀ ਸੇਵਾ ਕਰਨੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਚੁੱਲ ਝੁਕਾਵਣੀ ਹੈ ਨਾ, ਜਿਹੜੀ ਲੋਹ ਤਪਾ ਕੇ ਪ੍ਰਸ਼ਾਦਾ ਤਿਆਰ ਕਰਕੇ ਗੁਰਸਿੱਖਾਂ ਨੂੰ ਛਕਾਉਣਾ, ਲੱਖਾਂ ਰਿੱਧੀਆਂ ਸਿੱਧੀਆਂ ਨਿੱਧੀਆਂ ਦੇ ਸਾਜ ਬਰਾਬਰਤਾ ਨਹੀਂ ਕਰ ਸਕਦੇ। ਗੁਰਸਿੱਖਾਂ ਦੀ ਸੇਵਾ ਮਹਾਨ ਹੈ। ਸਾਧ ਗਰੀਬ ਨਿਵਾਜ ਗਰੀਬੀ ਆਵਣੀ। ਫਿਰ ਇਸੇ ਤਰ੍ਹਾਂ ਸਾਧੂ ਜਿਹੜਾ ਹੈ ਅਭਿਆਗਤ ਹੈ, ਲੋੜਵੰਦ ਜਿਹੜਾ ਹੈ, ਤੇ ਜਿਹੜਾ ਗਰੀਬ ਹੈ ਉਸ ਨੂੰ ਜੋ ਵਡਿਆਈ ਦੇਣੀ ਹੈ, ਇਹਦੇ ਨਾਲ ਫਿਰ ਗੁਰਸਿੱਖ ਦੇ ਮਨ ਦੇ ਵਿੱਚ ਗਰੀਬੀ ਆਉਂਦੀ ਹੈ, ਨਿਮਰਤਾ ਆਉਂਦੀ ਹੈ।
ਗੁਰਸਿੱਖ ਜਿਹੜਾ ਨਾ ਉਹ ਕਿਸੇ ਗਰੀਬ ਨੂੰ, ਕਿਸੇ ਅਭਿਆਗਤ ਸਾਧੂ ਨੂੰ ਧੱਕੇ ਨਹੀਂ ਮਾਰਦਾ, ਉਹਦੀ ਵਡਿਆਈ ਕਰਦਾ ਹੈ, ਉਹਨੂੰ ਵਡਿਆਉਂਦਾ ਹੈ। ਔਰ ਇਹਦੇ ਨਾਲ ਫਿਰ ਉਹਦੇ ਮਨ ਦੇ ਵਿੱਚ ਨਿਮਰਤਾ ਭਾਵ ਉਹ ਆਉਂਦੀ ਹੈ ਗੁਰਸਿੱਖ ਦੇ ਮਨ ਦੇ ਵਿੱਚ। ਅਨਹਦ ਸ਼ਬਦ ਅਗਾਜ ਬਾਣੀ ਗਾਵਣੀ। ਸੋ ਸਾਧ ਸੰਗਤ ਵਿੱਚ ਜਾ ਕੇ ਜੋ ਗੁਰੂ ਦੀ ਬਾਣੀ ਗਾਉਣੀ ਹੈ, ਭਾਈ ਗੁਰਦਾਸ ਜੀ ਕਹਿੰਦੇ ਇਹੀ ਅਨਹਦ ਸ਼ਬਦ ਦਾ ਪ੍ਰਗਟ ਹੋਣਾ ਹੈ। ਇਸ ਲਈ ਗੁਰਸਿੱਖ ਸਾਧ ਸੰਗਤ ਵਿੱਚ, ਗੁਰੂ ਦੀ ਸੰਗਤ ਵਿੱਚ ਆ ਕੇ ਗੁਰਬਾਣੀ ਗਾਉਂਦੇ ਹੈ, ਸਰੋਤੇ ਬਣ ਕੇ ਸੁਣਦੇ ਹੈ। ਜੇ ਬਾਣੀ ਸੁਣਾਉਣ ਵਾਲਾ ਮਿਲ ਜਾਏ ਤੇ ਆਪ ਸੁਣਦੇ ਹੈ ਪ੍ਰੇਮ ਨਾਲ, ਤੇ ਜੇ ਕੋਈ ਸੁਣਾਉਣ ਵਾਲਾ ਨਹੀਂ ਫਿਰ ਆਪ ਗੁਰਸਿੱਖਾਂ ਨੂੰ ਬਾਣੀ ਸੁਣਾਉਂਦੇ ਹੈ। ਹੋਰ ਗੁਰਸਿੱਖ ਸਰੋਤੇ ਬਣ ਕੇ ਭਾਵਨਾ ਦੇ ਨਾਲ ਸੁਣਦੇ ਹੈ। ਸੋ ਗੁਰਬਾਣੀ ਨੂੰ ਜੋ ਗਾਉਣਾ ਹੈ ਨਾ ਸਾਧ ਸੰਗਤ ਦੇ ਵਿੱਚ, ਇਹੀ ਅਨਹਦ ਸ਼ਬਦ ਦਾ ਪ੍ਰਗਟ ਹੋਣਾ ਹੈ। ਸੋ ਹਰ ਤਰ੍ਹਾਂ ਦੀ ਸੇਵਾ, ਪ੍ਰਸ਼ਾਦੇ ਤਿਆਰ ਕਰਨੇ, ਸੰਗਤ ਨੂੰ ਛਕਾਉਣੇ, ਇਹ ਵੀ ਸੇਵਾ ਹੈ। ਬਾਣੀ ਗਾਉਣੀ, ਸੰਗਤ ਨੂੰ ਸੁਣਾਉਣੀ, ਇਹ ਵੀ ਸੇਵਾ ਹੈ। ਆਪ ਗੁਰਬਾਣੀ ਕੀਰਤਨ ਸੁਣਨਾ, ਇਹ ਵੀ ਸੇਵਾ ਹੈ। ਸੋ ਬੜੀ ਵੱਡੀ ਸੇਵਾ ਹੈ। ਕਈ ਰੂਪ ਹੋ ਜਾਂਦੇ ਨੇ, ਝਾੜੂ ਦੇਣਾ, ਤੱਪੜ ਝਾੜਨੇ, ਝਾੜੂ ਦੇਣ ਤੋਂ ਲੈ ਕੇ ਸ਼ਹਾਦਤ ਪ੍ਰਾਪਤ ਕਰਨ ਤੱਕ, ਇਹ ਬੜੀਆਂ ਵੱਡੀਆਂ ਸੇਵਾਵਾਂ ਨੇ ਗੁਰੂ ਨਾਨਕ ਦੇ ਘਰ ਵਿੱਚ। ਅਤੇ ਸਤਿਗੁਰੂ ਜੀ ਕਹਿੰਦੇ ਆ ਗੁਰਸਿੱਖਾਂ ਦੀ ਸੇਵਾ ਮਹਾਨ ਹੈ। ਮਹਾਰਾਜ ਜੀ ਕਲਗੀਧਰ ਜੀ ਦੇ ਬਚਨ ਪੜ੍ਹੋ, ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਾ ਜੀ ਕੋ। ਮਹਾਰਾਜ ਜੀ ਕਹਿੰਦੇ ਇਹਨਾਂ ਗੁਰਸਿੱਖਾਂ ਦੀ, ਖਾਲਸੇ ਦੀ ਸੇਵਾ ਮੇਰੇ ਚਿੱਤ ਨੂੰ ਬੜੀ ਭਾਉਂਦੀ ਹੈ। ਹੋਰ ਕਿਸੇ ਦੀ ਸੇਵਾ ਮੈਨੂੰ ਚੰਗੀ ਨਹੀਂ ਲੱਗਦੀ, ਖਾਲਸੇ ਦੀ ਸੇਵਾ। ਅਤੇ ਸਤਿਗੁਰੂ ਨੇ ਬੜੀ ਵੱਡੀ ਖਾਲਸੇ ਦੇ ਉੱਤੇ ਕਿਰਪਾ ਕੀਤੀ ਹੈ। ਸੋ ਅਗਲੀ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ 19ਵੀਂ ਪੌੜੀ ਵਿੱਚ ਵੀ ਸੇਵਾ ਦਾ ਫਲ ਦੱਸਦੇ ਹੈ ਕਿ ਗੁਰਸਿੱਖਾਂ ਦੀ ਸੇਵਾ ਕਿੱਡੀ ਵੱਡੀ ਮਹਾਨ ਹੈ। ਹੋਮ ਜਗ ਲਖ ਭੋਗ ਚਣੇ ਚਬਾਵਣੀ। ਗੁਰਸਿੱਖਾਂ ਦੇ ਤਾਈਂ ਜੋ ਚਨੇ ਭਾਵ ਛੋਲੇ ਭੁੰਨ ਕੇ ਉਹਨਾਂ ਨੂੰ ਛਕਾਉਣੇ ਹੈ, ਇਹ ਸੇਵਾ ਜਿਹੜੀ ਹੈ ਨਾ ਲੱਖਾਂ ਹੋਮ ਅਤੇ ਲੱਖਾਂ ਹੀ ਜਗ ਦਾ ਫਲ ਜੋ ਭੋਗ ਪਦਾਰਥ ਹਨ, ਇਹ ਸੇਵਾ ਉਹਦੇ ਤੋਂ ਵੀ ਸ੍ਰੇਸ਼ਟ ਹੈ, ਚਣੇ ਚਬਾਵਣੀ। ਕਿਉਂਕਿ ਸੰਗਤ ਦੇ ਵਿੱਚ ਗੁਰਸਿੱਖ ਇਹ ਸੇਵਾ ਨਿਭਾਉਂਦੇ ਰਹੇ ਹੈ, ਖਾਣ ਵਾਲੀ ਵਸਤੂ ਹੈ। ਭਾਈ ਗੁਰਦਾਸ ਨੇ ਇੱਥੇ ਸੇਵਾ ਦਾ ਜ਼ਿਕਰ ਕੀਤਾ ਹੈ। ਇੱਕ ਕਹਾਵਤ ਵੀ ਵੈਸੇ ਬਣੀ ਹੈ, ਚਨੇ ਚਬਾਉਣੇ, ਪਰ ਉਹਦਾ ਅਰਥ ਭਾਵ ਹੋਰ ਹੁੰਦਾ ਹੈ। ਇੱਥੇ ਸੇਵਾ ਦਾ ਸੰਦਰਭ, ਸੇਵਾ ਦਾ ਵਿਸ਼ਾ ਚੱਲ ਰਿਹਾ ਹੈ। ਭਾਈ ਗੁਰਦਾਸ ਜੀ ਕਹਿੰਦੇ ਵੇਖੋ ਗੁਰਸਿੱਖ ਜੋ ਛੋਲੇ ਭੁੰਨ ਕੇ ਛਕਾਉਂਦੇ ਹੈ ਨਾ ਗੁਰਸਿੱਖਾਂ ਨੂੰ, ਲੱਖਾਂ ਹੋਮ ਲੱਖਾਂ ਜੱਗਾਂ ਦਾ ਜੋ ਫਲ ਹੈ ਨਾ ਭੋਗ, ਉਹਦੇ ਤੋਂ ਵੀ ਇਹ ਸੇਵਾ ਸ੍ਰੇਸ਼ਟ ਹੈ। ਤੀਰਥ ਪੁਰਬ ਸੰਜੋਗ ਪੈਰ ਧੁਵਾਵਣੀ। ਅਤੇ ਗੁਰਸਿੱਖਾਂ ਦੇ ਚਰਨ ਧੋਣ ਦੀ ਸੇਵਾ ਜੋ ਹੈ, ਕਹਿੰਦੇ ਤੀਰਥਾਂ ਦੇ ਉੱਤੇ ਜੋ ਪੁਰਬਾਂ ਦਾ ਮੇਲ ਹੁੰਦਾ ਨਾ, ਅਤੇ ਉੱਥੇ ਤੀਰਥ ਯਾਤਰਾ 'ਤੇ ਲੋਕ ਜਾਂਦੇ ਆ, ਉਹਨਾਂ ਦਾ ਫਲ ਮੰਨਦੇ ਹੈ। ਇਹ ਗੁਰਸਿੱਖਾਂ ਦੇ ਚਰਨ ਧਵਾਉਣ ਦੀ ਸੇਵਾ ਉਹਦੇ ਤੋਂ ਵੀ ਸ੍ਰੇਸ਼ਟ ਫਲ ਦੇਣ ਵਾਲੀ ਹੈ। ਗੁਰਸਿੱਖਾਂ ਦੇ ਗੁਰਸਿੱਖਾਂ ਦੇ ਚਰਨ ਧੋਇਆ ਕਰਦੇ ਸਨ, ਅੰਦਰ ਨਿਮਰਤਾ ਆਉਂਦੀ ਸੀ। ਪੈਦਲ ਯਾਤਰਾ ਕਰਿਆ ਕਰਦੇ ਸਨ, ਗੁਰੂ ਦੇ ਦਰ 'ਤੇ ਆਉਂਦੇ ਸੀ, ਕਈ ਦੂਰੋਂ ਚੱਲ ਕੇ ਆਉਂਦੇ ਸਨ। ਅਤੇ ਗੁਰਸਿੱਖ ਨੂੰ ਕਹਿੰਦਾ ਸੀ, ਲਿਆ ਤੂੰ ਬਜ਼ੁਰਗ ਹੈ, ਸਰੀਰ ਵਡੇਰੀ ਉਮਰ ਦਾ ਹੈ, ਮੈਂ ਤੇਰੇ ਚਰਨ ਧੋ ਦਿੰਦਾ ਹਾਂ, ਨਾਲੇ ਮੁੱਠੀ ਚਾਪੀ ਕਰ ਦਿੰਦਾ ਹਾਂ, ਚਰਨ ਦਬਾ ਦਿੰਦਾ ਹਾਂ, ਤੇਰੀ ਥਕਾਵਟ ਦੂਰ ਹੋ ਜਾਏਗੀ। ਐਸਾ ਪਿਆਰ ਗੁਰਸਿੱਖਾਂ ਦੇ ਅੰਦਰ ਹੁੰਦਾ ਹੈ। ਸੋ ਗੁਰਸਿੱਖਾਂ ਦੇ ਚਰਨ ਧੋਣ ਦੀ ਸੇਵਾ ਤੀਰਥਾਂ ਦੇ ਪੁਰਬ ਸੰਜੋਗ ਤੋਂ ਵੀ ਵੱਡੀ ਸ੍ਰੇਸ਼ਟ ਹੈ। ਗਿਆਨ ਧਿਆਨ ਲਖ ਜੋਗ ਸ਼ਬਦ ਸੁਨਾਵਣੀ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਹੈ, ਗੁਰੂ ਦੇ ਸਿੱਖਾਂ ਨੂੰ ਸ਼ਬਦ ਸੁਣਾਉਣਾ, ਕੀਰਤਨ ਸੁਣਾਉਣਾ, ਅਤੇ ਇਹ ਜਿਹੜੀ ਸੇਵਾ ਨਾ ਲੱਖਾਂ ਗਿਆਨ ਅਤੇ ਲੱਖਾਂ ਧਿਆਨ ਅਤੇ ਲੱਖਾਂ ਹੀ ਜਿਹੜੇ ਯੋਗ ਦੇ ਫਲ ਨੇ ਉਹਦੇ ਤੋਂ ਸ੍ਰੇਸ਼ਟ ਹੈ। ਉਹਨੂੰ ਲੱਖ ਗਿਆਨ ਧਿਆਨ ਯੋਗ ਦੀ ਲੋੜ ਨਹੀਂ। ਸੰਗਤ ਦੇ ਵਿੱਚ ਜੋ ਗੁਰੂ ਦਾ ਸ਼ਬਦ ਪੜ੍ਹ ਕੇ ਸੁਣਾਉਂਦਾ ਹੈ, ਗੁਰੂ ਦਾ ਸ਼ਬਦ ਗਾਉਂਦਾ ਹੈ, ਉਹਦੀ ਸੇਵਾ ਬੜੀ ਮਹਾਨ ਹੈ। ਗਿਆਨ ਧਿਆਨ ਸਾਰਿਆਂ ਤੋਂ ਸ੍ਰੇਸ਼ਟ ਹੈ। ਸੋ ਇਹ ਮਹਾਨ ਸੇਵਾ ਸ਼ਬਦ ਸੁਣਾਉਣ ਦੀ। ਰਹਿ ਨ ਸਹਿਸਾ ਸੋਗ ਝਾਤੀ ਪਾਵਣੀ, ਅਤੇ ਸਤ ਸੰਗਤ ਦੇ ਵਿੱਚ ਜਿਹੜਾ ਪਲ ਭਰ ਝਾਤ ਪਾਉਂਦਾ ਨਾ, ਝਾਤੀ ਪਾਵਣੀ ਸਿੱਧਾ ਪੰਜਾਬੀ ਦਾ ਸ਼ਬਦ ਹੈ। ਸਤ ਸੰਗਤ ਦੇ ਵਿੱਚ ਆਉਂਦਾ ਹੈ ਪਲ ਭਰ, ਉਹਦੇ ਅੰਦਰ ਕੋਈ ਸਹਿਸਾ, ਕੋਈ ਸਹਿਮ, ਕੋਈ ਸੰਸਾ ਅਤੇ ਕੋਈ ਰੋਗ ਨਹੀਂ ਉਹਦੇ ਅੰਦਰ ਰਹਿੰਦਾ। ਰਹਿ ਨਾ ਸਹਿਸਾ ਸੋਗ, ਉਹਦੇ ਅੰਦਰ ਸੋਗ ਚਿੰਤਾ ਨਹੀਂ ਰਹਿੰਦੀ। ਸਤ ਸੰਗਤ ਦੇ ਵਿੱਚ ਜਿਹੜਾ ਝਾਤੀ ਪਾਉਂਦਾ, ਭਾਵ ਇੱਥੇ ਆ ਕੇ ਗੁਰੂ ਦੇ ਦਰਸ਼ਨ ਕਰਦਾ ਹੈ, ਸਤ ਸੰਗਤ ਕਰਦਾ ਹੈ, ਨਾਮ ਜਪਦਾ ਹੈ, ਬਾਣੀ ਸੁਣਦਾ ਹੈ, ਬਾਣੀ ਸੁਣਾਉਂਦਾ ਹੈ, ਐਸਾ ਜਿਹੜਾ ਗੁਰਸਿੱਖ ਹੈ ਨਾ, ਉਹਦੇ ਅੰਦਰ ਨਾ ਕੋਈ ਸੋਗ ਚਿੰਤਾ ਰਹਿੰਦੀ ਹੈ, ਨਾ ਕੋਈ ਉਹਦੇ ਅੰਦਰ ਸ਼ੱਕ ਰਹਿ ਜਾਂਦਾ ਹੈ। ਭਉ ਜਲ ਵਿੱਚ ਅਰੋਗ ਨਾ ਲਹਿਰ ਡਰਾਵਣੀ, ਅਤੇ ਇਸ ਤਰ੍ਹਾਂ ਸੇਵਾ ਕਰਨ ਵਾਲਾ ਜਿਹੜਾ ਗੁਰਸਿੱਖ ਹੈ ਨਾ, ਉਹ ਸੰਸਾਰ ਭੌਜਲ ਵਿੱਚ ਅਰੋਗ ਹੁੰਦਾ, ਕੋਈ ਉਹਨੂੰ ਰੋਗ ਨਹੀਂ ਹੁੰਦਾ, ਰੋਗਾਂ ਤੋਂ ਮੁਕਤ ਹੁੰਦਾ ਹੈ। ਸਭ ਤੋਂ ਵੱਡਾ ਰੋਗ ਹੀ ਹਉਮੈ ਦਾ ਹੈ। ਇਹ ਰੋਗ ਹਉਮੈ ਦਾ ਦੂਰ ਹੋ ਜਾਂਦਾ ਜਿਵੇਂ ਜਿਵੇਂ ਸੇਵਾ ਕਰਦਾ ਹੈ, ਨਿਮਰਤਾ ਭਾਵ ਆਈ ਜਾਂਦੀ ਹੈ। ਸੋ ਭੌਜਲ ਵਿੱਚ ਉਹ ਅਰੋਗ ਹੈ, ਸੰਸਾਰ ਭੌਜਲ ਵਿੱਚ ਨਾ ਲਹਿਰ ਡਰਾਵਣੀ, ਅਤੇ ਵੱਡੀਆਂ ਜਿਹੜੀਆਂ ਵਿਕਾਰਾਂ ਦੀਆਂ ਲਹਿਰਾਂ ਉਹ ਵੀ ਉਹਨੂੰ ਡਰਾਉਂਦੀਆਂ ਨਹੀਂ ਹਨ। ਗੁਰਸਿੱਖ ਦੇ ਅੰਦਰ ਕੋਈ ਭੈ ਹੀ ਨਹੀਂ ਰਹਿੰਦਾ। ਲੰਗ ਸੰਜੋਗ ਵਿਜੋਗ ਗੁਰਮਤਿ ਆਵਣੀ, ਅਤੇ ਐਸਾ ਗੁਰਸਿੱਖ ਜਿਹੜਾ ਨਾ, ਉਹ ਗੁਰੂ ਦੀ ਮੱਤ ਦੇ ਵਿੱਚ ਆ ਜਾਂਦਾ। ਉਹਦਾ ਸਾਰਾ ਜੀਵਨ ਗੁਰ ਮਰਿਆਦਾ ਦੇ ਅਨੁਸਾਰ ਹੁੰਦਾ ਹੈ। ਜਨਮ ਤੋਂ ਲੈ ਕੇ ਜਾਂ ਜਦੋਂ ਉਹ ਹੋਸ਼ ਸੰਭਾਲਦਾ ਹੈ ਅਤੇ ਮੌਤ ਤੱਕ ਗੁਰਮਤਿ ਦੇ ਦਾਇਰੇ ਵਿੱਚ ਰਹਿ ਕੇ ਹੀ ਉਹ ਜ਼ਿੰਦਗੀ ਜਿਉਂਦਾ ਹੈ। ਲੰਗ ਸੰਜੋਗ ਵਿਜੋਗ ਗੁਰਮਤਿ ਆਵਣੀ, ਅਤੇ ਗੁਰੂ ਦੀ ਮੱਤ ਵਿੱਚ ਆਉਣਾ ਇਹੀ ਹੈ ਕਿ ਸੰਜੋਗ ਵਿਜੋਗ ਨੂੰ ਲੰਘ ਕੇ, ਸੁੱਖ ਅਤੇ ਦੁੱਖ ਨੂੰ ਲੰਘ ਕੇ, ਸੁੱਖ ਅਤੇ ਦੁੱਖ ਤੋਂ ਉੱਪਰ ਜਾ ਕੇ ਉਹ ਸਹਿਜ ਅਵਸਥਾ ਦੇ ਵਿੱਚ ਸਮਾ ਜਾਂਦਾ ਹੈ ਗੁਰਸਿੱਖ, ਜਿਹਦੇ ਅੰਦਰ ਭਾਵਨਾ ਹੈ ਸੇਵਾ ਦੀ। ਸੋ ਅਖੀਰਲੀ ਪੌੜੀ 14ਵੀਂ ਵਾਰ ਦੀ 20ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਸੇਵਾ ਦੇ ਪਰਥਾਏ ਹੀ ਅੰਮ੍ਰਿਤ ਬਚਨ ਕਰ ਰਹੇ ਹੈ। ਧਰਤੀ ਬੀਓ ਬੀਜਾਏ ਸਹਿਸ ਫਲਾਇਆ। ਭਾਈ ਗੁਰਦਾਸ ਜੀ ਕਹਿੰਦੇ, ਵੇਖੋ ਧਰਤੀ ਦੇ ਵਿੱਚ ਜਦੋਂ ਆਪਾਂ ਬੀਜ ਬੀਜਦੇ ਹਾਂ, ਬੀਜ ਪਾਉਂਦੇ ਹਾਂ, ਸਹਿਸ ਫਲਾਇਆ, ਉਹ 1000 ਗੁਣਾ ਹੋ ਕੇ ਫਲਦਾ ਹੈ। ਇੱਕ ਦਾਣਾ ਬੀਜਿਆ ਜਾਂਦਾ, ਕਿੰਨੇ ਦਾਣੇ ਫਲ ਮਿਲ ਜਾਂਦਾ। ਸੋ ਧਰਤੀ ਦੇ ਵਿੱਚ ਬੀਜ ਪਾਇਆ, ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰਸਿੱਖ ਮੁਖ ਪਵਾਏ ਨਾ ਲੇਖ ਲਿਖਾਇਆ। ਇਸੇ ਤਰ੍ਹਾਂ ਗੁਰਸਿੱਖ ਦੇ ਮੁਖ ਦੇ ਵਿੱਚ ਜਦੋਂ ਭੋਜਨ ਪਦਾਰਥ ਇਤਿਆਦਿਕ ਆਪਾਂ ਪਾਉਂਦੇ ਹਾਂ, ਅਤੇ ਉਹਦਾ ਫਲ ਇੰਨਾ ਹੈ ਨਾ ਲੇਖ ਲਿਖਾਇਆ, ਕੁਝ ਲੇਖਾ ਹੀ ਨਹੀਂ ਲਿਖਿਆ ਜਾ ਸਕਦਾ। ਇੰਨਾ ਫਲ ਮਿਲਦਾ ਹੈ। ਮਨ ਨੂੰ ਸਕੂਨ ਮਿਲੇਗਾ, ਮਨ ਸ਼ਾਂਤ ਹੋਵੇਗਾ, ਮਨ ਦੇ ਵਿਕਾਰਾਂ ਦੇ ਰੋਗ ਦੂਰ ਹੋ ਜਾਣਗੇ। ਸੇਵਾ ਦਾ ਇੰਨਾ ਵੱਡਾ ਫਲ ਹੈ। ਅਤੇ ਸ਼ਲੋਕ ਸਹਿਸਕ੍ਰਿਤੀ ਵਿੱਚ ਗੁਰੂ ਦੀ, ਗੁਰਸਿੱਖਾਂ ਦੀ ਸੇਵਾ ਦਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਜ਼ਿਕਰ ਕਰਦੇ ਹੈ। ਨਾਨਕ ਗੁਰ ਸੇਵਾ ਕਿੰਗ ਨਾ ਲੱਭੇ। ਅਤੇ ਪਾਤਸ਼ਾਹ ਜੀ ਕਹਿੰਦੇ, ਦੱਸੋ ਗੁਰੂ ਦੀ ਸੇਵਾ ਦੇ ਨਾਲ ਕੀ ਨਹੀਂ ਮਿਲਦਾ। ਪਰ ਭਾਵਨਾ ਹੋਵੇ ਅੰਦਰ, ਉਹਦੇ ਅੰਦਰ ਪਿਆਰ ਹੋਵੇ, ਬੱਧਾ ਚੱਟੀ ਨਾ ਹੋਵੇ, ਬੱਧਾ ਰੁੱਧਾ ਨਾ ਕਰੇ। ਬੱਧਾ ਚੱਟੀ ਜੋ ਭਰੇ ਨਾ ਗੁਣ ਨਾ ਉਪਕਾਰ। ਇਸ ਲਈ ਪਿਆਰ ਦੇ ਨਾਲ ਸੇਵਾ ਫਲਦੀ ਹੈ। ਗੁਰਸਿੱਖਾਂ ਦੇ ਮੁੱਖ ਵਿੱਚ ਜੋ ਭੋਜਨ ਪਾਉਣਾ ਹੈ, ਉਹਦਾ ਫਲ ਇੰਨਾ ਵੀ ਉਹ ਲਿਖ ਕੇ ਨਹੀਂ ਦੱਸਿਆ ਜਾ ਸਕਦਾ।
ਧਰਤੀ ਦੇ ਫਲਾਏ ਜੋਈ ਫਲ ਪਾਇਆ। ਧਰਤੀ ਦੇ ਵਿੱਚ ਜੋ ਅਸੀਂ ਬੀਜ ਪਾਉਂਦੇ ਹਾਂ, ਜੋ ਫਲ ਪਾਉਂਦੇ ਹਾਂ, ਉਹੀ ਫਲ ਉਹ ਸਾਡੀ ਝੋਲੀ 'ਚ ਪਾਉਂਦੀ ਹੈ। ਧਰਤੀ ਵਿੱਚ ਜੋ ਬੀਜ ਪਾਵਾਂਗੇ ਉਹੀ ਉੱਗੇਗਾ, ਉਹੀ ਫਲ ਰੂਪ ਵਿੱਚ ਸਾਨੂੰ ਪ੍ਰਾਪਤ ਹੋਵੇਗਾ। ਅਤੇ ਬਾਬਾ ਫਰੀਦ ਸਾਹਿਬ ਦਾ ਇਹ ਸਲੋਕ ਤਕਰੀਬਨ ਹਰ ਗੁਰਸਿੱਖ ਨੂੰ ਚੇਤੇ ਹੁੰਦਾ ਹੈ ਵੀ ਜੇ ਕਿੱਕਰ ਬੀਜਦਾ ਹੈ ਅਤੇ ਉਹਦੇ ਤੁੱਕੇ ਅਤੇ ਕੰਡੇ ਹੀ ਮਿਲਣੇ ਨੇ। ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ, ਹੰਢੈ ਉੱਨ ਕਤਾਏ ਦਾ ਪੈਦਾ ਲੋੜੈ ਪੱਟ। ਬਿਜੌਰ ਦੀਆਂ ਦਾਖਾਂ ਕਿੱਥੋਂ ਮਿਲਣਗੀਆਂ, ਬੀਜਦਾ ਕਿੱਕਰ ਹੈ। ਉੱਨ ਕੱਤਦਾ ਪਿਆ, ਪਸ਼ਮੀਨੇ ਦੇ ਰੇਸ਼ਮ ਦੇ ਬਸਤਰ ਕਿੱਥੋਂ ਮਿਲਣਗੇ। ਜੋ ਬੀਜਦਾ ਹੈ ਉਹੀ ਮਿਲਣਾ ਹੈ। ਅਤੇ ਬੀਜਦਾ ਇਹ ਬੰਦਾ ਕੀ ਹੈ, ਬੀਜੈ ਬਿਖ ਮੰਗੈ ਅੰਮ੍ਰਿਤ, ਵੇਖੋ ਇਹੋ ਨਿਆਓ। ਮਹਾਰਾਜ ਕਹਿੰਦੇ ਬੀਜਦਾ ਜ਼ਹਿਰ ਹੈ ਅਤੇ ਮੰਗਦਾ ਅੰਮ੍ਰਿਤ ਹੈ, ਇਹ ਕਾਹਦਾ ਨਿਆਂ ਹੈ। ਇਹ ਕੋਈ ਨਿਆਂ ਨਹੀਂ। ਜੇ ਜ਼ਹਿਰ ਬੀਜੇਗਾ ਜ਼ਹਿਰ ਹੀ ਮਿਲਣਾ ਹੈ, ਅੰਮ੍ਰਿਤ ਬੀਜੇਗਾ ਅੰਮ੍ਰਿਤ ਪ੍ਰਾਪਤ ਹੋਵੇਗਾ, ਉਹ ਫਲ ਮਿਲਣਾ ਹੈ। ਸੋ ਇਸ ਲਈ ਭਾਈ ਗੁਰਦਾਸ ਜੀ ਕਹਿੰਦੇ ਧਰਤੀ ਦੇ ਵਿੱਚ ਧਰਤੀ ਦੇ ਫਲਾਏ ਜੋਈ ਫਲ ਪਾਇਆ। ਜੋ ਧਰਤੀ ਦੇ ਵਿੱਚ ਬੀਜ ਪਾਇਆ ਹੋਇਆ ਹੈ ਉਹ ਉਹੀ ਫਲ ਦਿੰਦੀ ਹੈ, ਧਰਤੀ ਦੂਜਾ ਫਲ ਨਹੀਂ ਦਿੰਦੀ। ਉਹ ਧਰਤੀ ਝੂਠ ਨਹੀਂ ਬੋਲਦੀ। ਕੋਈ ਬੰਦਾ ਆਪਣੀ ਮੁੱਠ ਵਿੱਚ ਕੋਈ ਵੀ ਬੀਜ ਨੂੰ ਲੁਕਾ ਲਵੇ, ਕਣਕ ਦਾ ਬੀਜ ਜਾਂ ਕਣਕ ਜਾਂ ਛੋਲੇ, ਕੁਝ ਵੀ ਉਹ ਲੁਕਾ ਲਵੇ ਆਪਣੀ ਮੁੱਠ ਵਿੱਚ, ਮੁੱਠ ਉਹਦੀ ਬੰਦ ਹੈ, ਦੂਜੇ ਨੂੰ ਸਾਹਮਣੇ ਕਰਕੇ ਕਹੇ ਦੱਸ ਕੀ ਹੈ। ਹੁਣ ਉਹਨੂੰ ਨਹੀਂ ਪਤਾ ਵੀ ਇਹਦੀ ਮੁੱਠ ਵਿੱਚ ਕੀ ਹੈ, ਉਹਨੂੰ ਪਤਾ ਕੀ ਕਹਿੰਦਾ, ਕਹਿੰਦਾ ਇਹਦੇ ਵਿੱਚ ਛੋਲੇ ਨੇ। ਉਹਨੇ ਬੰਦੇ ਨੂੰ ਦਿਖਾਇਆ ਨਹੀਂ, ਧਰਤੀ 'ਚੋਂ ਬੀਜ ਦਿੱਤੇ ਸੀ। ਉਹਦੀ ਮੁੱਠ ਵਿੱਚ ਕਣਕ, ਜਦੋਂ ਉਹ ਉੱਗੀ ਉਹ ਛੋਲੇ ਥੋੜ੍ਹੀ ਉੱਗਣੇ ਹੈ। ਧਰਤੀ ਨੇ ਝੂਠ ਨਹੀਂ ਬੋਲਣਾ, ਉਹ ਕਣਕ ਹੀ ਉੱਗੇਗੀ। ਜਿਵੇਂ ਉਹ ਝੂਠ ਨਹੀਂ ਨਾ ਬੋਲਦੀ, ਜੋ ਬੀਜ ਪਾਇਆ ਉਹੀ ਸਾਹਮਣੇ ਸਾਡੇ ਰੱਖ ਦਿੰਦੀ ਹੈ। ਇਸੇ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਆ ਨਾ, ਬੋਲੀਐ ਸੱਚ ਧਰਮ, ਝੂਠ ਨਾ ਬੋਲੀਐ, ਜੋ ਗੁਰ ਦੱਸੈ ਵਾਟ ਮੁਰੀਦਾਂ ਜੋਲੀਐ। ਉਹ ਧਰਮ ਦੇ ਮਾਰਗ 'ਤੇ ਚੱਲਦੇ ਹੈ, ਸੱਚ ਬੋਲਦੇ ਹੈ, ਝੂਠ ਨਹੀਂ ਬੋਲਦੇ। ਧਰਤੀ ਝੂਠ ਨਹੀਂ ਬੋਲਦੀ। ਔਰ ਅੱਜ ਤਾਂ ਸਾਰੀ ਦੁਨੀਆ ਚਿੰਤਤ ਹੈ ਵੀ ਧਰਤੀ ਵਿੱਚ ਬੰਦੇ ਨੇ ਜ਼ਹਿਰ ਪਾਇਆ, ਧਰਤੀ ਨੂੰ ਵੀ ਕੈਂਸਰ ਕਰ ਦਿੱਤਾ। ਇੰਨੀਆਂ ਰੇਹਾਂ ਸਪਰੇਹਾਂ, ਇੰਨਾ ਜ਼ਹਿਰ ਪਾ ਦਿੱਤਾ ਇਸ ਜ਼ਮੀਨ ਵਿੱਚ। ਬੰਦਿਆਂ ਨੂੰ ਤਾਂ ਹੋਇਆ ਹੀ ਸੀ, ਧਰਤੀ ਨੂੰ ਵੀ ਕੈਂਸਰ ਹੋ ਗਿਆ। ਜ਼ਹਿਰ ਉਗਲਦੀ ਪਈ ਹੈ। ਫਸਲਾਂ ਦੀ, ਅਨਾਜ ਦੀ ਗੁਣਵੱਤਾ ਘਟ ਰਹੀ ਹੈ। ਅੰਬਾਰ ਜ਼ਰੂਰ ਲੱਗ ਰਹੇ ਨੇ, ਫਸਲ ਵਧੇਰੇ ਜ਼ਰੂਰ ਨਿਕਲਦੀ ਹੈ, ਪਰ ਉਹਦੀ ਜਿਹੜੀ ਗੁਣਵੱਤਾ ਹੈ ਉਹ ਹੈ ਨਹੀਂ ਜੋ ਪਹਿਲਾਂ ਹੁੰਦੀ ਸੀ। ਖਾਸ ਕਰਕੇ ਜਿਹੜੇ ਖੇਤੀ ਕਰਦੇ ਨੇ, ਚਾਹੀਦਾ ਤਾਂ ਇਹ ਹੈ ਵੀ ਕੁਦਰਤੀ ਖੇਤੀ ਜੋ ਹੈ ਉਹੀ ਅਪਣਾਈ ਜਾਵੇ। ਪਰ ਐਸਤਾ ਲੋਕ ਮੁੜਨਗੇ, ਇਸ ਪਾਸੇ ਮੁੜਨਾ ਪੈਣਾ ਹੈ, ਗੁਜ਼ਾਰਾ ਹੀ ਨਹੀਂ ਹੋਣਾ। ਮਨੁੱਖੀ ਜੀਵਨ ਤੋਂ ਕੀ ਕੀਮਤੀ ਹੈ? ਕੁਛ ਵੀ ਨਹੀਂ। ਧਨ ਦੌਲਤ, ਜ਼ਮੀਨਾਂ ਜਾਇਦਾਦ, ਇਹ ਤਾਂ ਇੱਥੇ ਰਹਿਣਾ। ਪਰ ਮਨੁੱਖ ਆਪਣੀ ਪੀੜ੍ਹੀ ਵਾਸਤੇ, ਆਉਣ ਵਾਲੀਆਂ ਨਸਲਾਂ ਵਾਸਤੇ ਜ਼ਹਿਰ ਬੀਜ ਕੇ ਗਿਆ। ਸਾਡੇ ਬਜ਼ੁਰਗਾਂ ਨੇ ਜਿਹੋ ਜਿਹਾ ਪਾਣੀ ਸਾਨੂੰ ਦਿੱਤਾ ਸੀ, ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਸੰਤਾਨ ਨੂੰ, ਉਹਦੇ ਤੋਂ ਕਿਤੇ ਜ਼ਹਿਰੀਲਾ ਕਰਕੇ ਦੇ ਕੇ ਚੱਲੇ ਹਾਂ। ਇਹ ਸੋਚਣਾ ਪੈਣਾ। ਜੇ ਨਹੀਂ ਬੰਦਾ ਸੋਚਦਾ, ਉਹਦੀ ਸੋਚਣ ਸ਼ਕਤੀ ਨਹੀਂ ਹੈ। ਕੋਈ
ਸੋਚ ਕੇ, ਕੋਈ ਵਿਚਾਰ ਕੇ ਵੱਖਰਾ ਰਾਹ ਕੱਢਣਾ ਚਾਹੀਦਾ ਹੈ ਵੀ ਹੱਲ ਕੀ ਹੋਵੇ। ਹਰ ਗੱਲ 'ਤੇ ਅੜੀ, ਹਰ ਗੱਲ 'ਤੇ ਜਿੱਦ, ਉਹ ਚੰਗੀ ਨਹੀਂ ਹੁੰਦੀ। ਖਾਸ ਕਰਕੇ ਜੋ ਹਕੂਮਤਾਂ, ਸਰਕਾਰਾਂ, ਉਹਨਾਂ ਨੂੰ ਵੀ ਇਸ ਪਾਸੇ ਧਿਆਨ ਦੇਣਾ ਚਾਹੀਦਾ, ਪਰ ਨਹੀਂ ਦਿੰਦਾ ਕੋਈ ਵੀ। ਖੈਰ, ਰੱਬ ਭਲੀ ਕਰੇ। ਸਾਡੇ ਬਜ਼ੁਰਗਾਂ ਨੇ ਧਰਤੀ ਦੇ ਤਲ ਦਾ ਪਾਣੀ ਜ਼ਮੀਨ ਵਿੱਚ ਸਾਨੂੰ ਬੜਾ ਉੱਤੇ ਦਿੱਤਾ ਸੀ, ਕੋਈ 10-15 ਫੁੱਟ 'ਤੇ। ਅਸੀਂ ਆਉਣ ਵਾਲੀ ਪੀੜ੍ਹੀ ਨੂੰ 100 ਤੋਂ ਉੱਪਰ ਦੇ ਕੇ ਚੱਲੇ ਹਾਂ। ਉਹ ਅੱਗੇ ਕੀ ਕਰਦੇ ਨੇ, ਹੋ ਸਕਦਾ ਜੇ ਉਹ ਵੀ ਇਸ ਰਾਹ 'ਤੇ ਚੱਲੇ ਰਹੇ, ਉਹ ਤੋਂ ਅਗਲੀ ਪੀੜ੍ਹੀ ਨੂੰ 200-300 ਫੁੱਟ 'ਤੇ ਦੇ ਕੇ ਜਾਣ, ਔਰ ਇਹ ਗੱਲ ਕਿੱਥੇ ਜਾ ਕੇ ਰੁਕੇਗੀ। ਪਰ ਕੋਈ ਵੀ ਸੋਚਦਾ ਨਹੀਂ। ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਜੀ ਨੇ ਜੋ ਬਾਣੀ ਵਿੱਚ ਸਿਧਾਂਤ ਦਿੱਤਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਔਰ ਹਕੀਕਤ ਇਹ ਹੈ ਉਸ ਮਾਤਾ ਧਰਤ ਮਹੱਤ ਦਾ ਵੀ ਬੰਦੇ ਨੇ ਸੀਨਾ ਵਿੰਨ੍ਹਿਆ ਹੈ। ਅਸੀਂ ਬੜੇ ਅਗਾਂਹ ਵਧੂ ਦੇਸ਼ ਵੇਖਦੇ ਹਾਂ, ਉਹ ਦਰਿਆਵਾਂ ਦੇ ਪਾਣੀ ਨੂੰ ਅਜਾਈਂ ਨਹੀਂ ਜਾਣ ਦਿੰਦੇ। ਉਹ ਕਈ ਰੂਪਾਂ ਵਿੱਚ ਵਰਤਦੇ ਹੈ ਬਰਸਾਤ ਦੇ ਪਾਣੀ ਨੂੰ। ਕੁਦਰਤੀ ਜਿੱਥੇ ਪਾਣੀ ਨਹੀਂ ਸੀ, ਕੁਦਰਤ ਵੱਲੋਂ ਉਹ ਗੱਲ ਵੱਖਰੀ ਹੈ, ਪਰ ਜਿਹੜਾ ਬੰਦੇ ਨੇ ਆਪ ਉਸ ਨੂੰ ਮੁਕਾਈ ਜਾ ਰਿਹਾ, ਵਿਅਰਥ ਕਰ ਰਿਹਾ, ਇੱਕ ਇੱਕ ਬੂੰਦ ਇਹਦੀ ਬੜੀ ਕੀਮਤੀ ਹੈ। ਉਹ ਇਹਨੂੰ ਸੋਚਣਾ ਪੈਣਾ। ਧਰਤੀ ਦੇ ਵਿੱਚ ਜਿੱਦਾਂ ਦਾ ਬੀਜ ਬੀਜਦੇ ਹਾਂ, ਭਾਈ ਗੁਰਦਾਸ ਜੀ ਕਹਿੰਦੇ ਉਹੋ ਜਿਹਾ ਫਲ ਜਿਹੜੀ ਹੈ ਸਾਨੂੰ ਦਿੰਦੀ ਹੈ। ਗੁਰਸਿੱਖ ਮੁਖ ਸਮਾਏ ਸਭ ਫਲ ਲਾਇਆ। ਪਰ ਜਿਹੜੀ ਗੁਰਸਿੱਖਾਂ ਦੀ ਸੇਵਾ ਨਾ, ਗੁਰਸਿੱਖਾਂ ਦੇ ਮੁਖ ਵਿੱਚ ਜੋ ਅਸੀਂ ਪਾਉਂਦੇ ਹਾਂ ਭੋਜਨ ਪ੍ਰਸ਼ਾਦਾ, ਇਹ ਹਰੇਕ ਫਲ ਦੀ ਪ੍ਰਾਪਤੀ ਹੋ ਜਾਂਦੀ ਹੈ। ਧਰਤੀ 'ਤੇ ਜੋ ਫਲ ਪਾਵਾਂਗੇ ਉਹੀ ਮਿਲਣਾ ਹੈ। ਅਤੇ ਗੱਲ ਸੇਵਾ ਅਤੇ ਗੁਰਸਿੱਖਾਂ ਦੀ ਸੇਵਾ ਜਿਹੜੀ ਹੈ ਉਹ ਹਰੇਕ ਫਲ ਨੂੰ ਦੇਣ ਵਾਲੀ ਹੈ। ਬੀਜੇ ਬਾਝ ਨਾ ਖਾਏ ਨਾ ਧਰਤ ਜਮਾਇਆ। ਇਸੇ ਤਰ੍ਹਾਂ ਬੀਜੇ ਤੋਂ ਬਿਨਾਂ ਫਲ ਕੋਈ ਵੀ ਨਹੀਂ ਖਾਂਦਾ। ਨਾ ਧਰਤੀ ਅਣਬੀਜਿਆ ਉਗਾਉਂਦੀ ਹੈ। ਧਰਤੀ ਵਿੱਚ ਬੀਜਾਂਗੇ ਉਹੀ ਫਲ ਮਿਲੇਗਾ, ਉਹੀ ਖਾਵਾਂਗੇ। ਜੇ ਧਰਤੀ 'ਚ ਨਾ ਬੀਜੀਏ, ਇਸੇ ਤਰ੍ਹਾਂ ਛੱਡ ਦਈਏ, ਤਾਂ ਵੀ ਧਰਤੀ ਨੇ ਬੀਜਣ ਤੋਂ ਬਿਨਾਂ ਥੋੜ੍ਹੀ ਫਲ ਦੇਣਾ ਹੈ। ਇਸ ਲਈ ਸੇਵਾ ਕਰਕੇ ਹੀ ਵੱਡੇ ਫਲ ਦੀ ਪ੍ਰਾਪਤੀ ਹੁੰਦੀ ਹੈ। ਗੁਰਮੁਖ ਚਿੱਤ ਵਸਾਏ ਇੱਛ ਪੁਜਾਇਆ। ਗੁਰਮੁਖਾਂ ਦੀ ਸੇਵਾ ਨੂੰ ਜੇ ਬੰਦਾ ਆਪਣੇ ਚਿੱਤ ਵਿੱਚ ਵਸਾ ਲਵੇ, ਤਾਂ ਉਹਦੀਆਂ ਸਾਰੀਆਂ ਇੱਛਾਵਾਂ ਜਿਹੜੀਆਂ ਨੇ ਨਾ, ਉਹ ਪੂਰਨ ਹੋ ਜਾਂਦੀਆਂ ਨੇ। ਜੇ ਸੇਵਾ ਭਾਵ ਨੂੰ ਚਿੱਤ ਵਿੱਚ ਵਸਾ ਲਵੇ, ਭਾਵਨਾ ਰੱਖੇ। ਕਈ ਵਾਰ ਇਸ ਤਰ੍ਹਾਂ ਵੀ ਹੁੰਦਾ, ਬੰਦੇ ਦੀ ਸਮਰੱਥਾ ਨਹੀਂ ਹੁੰਦੀ, ਪਰ ਉਹਦੇ ਅੰਦਰ ਭਾਵਨਾ ਹੈ, ਗੁਰਸਿੱਖਾਂ ਦੇ ਪ੍ਰਤੀ ਪਿਆਰ ਹੈ, ਸੇਵਾ ਕਰਨੀ ਚਾਹੁੰਦਾ ਹੈ, ਪਰ ਨਾ ਐਸਾ ਸਮਾਂ ਬਣਿਆ ਅਤੇ ਨਾ ਉਹਦੀ ਸਮਰੱਥਾ ਹੈ। ਪਰ ਉਹਦੇ ਅੰਦਰ ਜੋ ਭਾਵਨਾ ਹੁੰਦੀ ਹੈ, ਉਹ ਭਾਵਨਾ ਫਲਦੀ ਹੈ, ਉਹਨੂੰ ਵੱਡਾ ਫਲ ਦਿੰਦੀ ਹੈ। ਸੋ ਗੁਰਸਿੱਖਾਂ ਦੀ ਸੇਵਾ ਨੂੰ ਚਿੱਤ ਵਿੱਚ ਵਸਾਉਣ ਦੇ ਨਾਲ ਮਹਾਨ ਫਲ ਮਿਲਦੇ ਹੈ, ਔਰ ਗੁਰਸਿੱਖ ਦੀ ਇੱਛਾ ਪੂਰੀ ਹੁੰਦੀ ਹੈ। ਸਤਿਗੁਰੂ ਮਿਹਰਾਮਤ ਕਰਨ। ਸੋ 14ਵੀਂ ਵਾਰ ਸੰਪੂਰਨ ਹੋਈ ਹੈ। ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਬੀਜੇ ਬਾਝ ਨਾ ਖਾਏ ਨਾ ਧਰਤ ਜਮਾਇਆ। ਗੁਰਮੁਖ ਚਿੱਤ ਵਸਾਏ ਇੱਛ ਪੁਜਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।